ਗੁੱਡ ਮਾਰਨਿੰਗ ਸਟੂਡੈਂਟਸ। ਬੇਟਾ ਜਿਵੇਂ ਕਿ ਤੁਸੀਂ ਜਾਣਦੇ ਹੋ ਆਪਣਾ ਪੰਜਾਬੀ ਦਾ ਫਸਟ ਲੈਸਨ ਚੱਲ ਰਿਹਾ ਸੀ। ਸੋ ਅੱਜ ਆਪਾਂ ਅੱਗੇ ਰੀਡ ਕਰਦੇ ਹਾਂ। ਪੰਜਾਬ ਦੀ ਭੂਗੋਲਿਕ ਸਥਿਤੀ ਉੱਤੇ ਇੱਕ ਹੋਰ ਵੱਡਾ ਪ੍ਰਭਾਵ ਇਹ ਹੈ ਕਿ ਪ੍ਰਾਚੀਨ ਸਮੇਂ ਤੋਂ ਹੀ ਵਿਦੇਸ਼ੀ ਹਮਲਾਵਰ ਪੰਜਾਬ ਦੇ ਰਸਤੇ ਤੋਂ ਹੀ ਭਾਰਤ ਵਿੱਚ ਦਾਖਲ ਹੁੰਦੇ ਸਨ। ਪਹਿਲਾਂ ਜੋ ਪਰਿਸਥਿਤੀਆਂ ਸੀ, ਜ਼ਿਆਦਾਤਰ ਜੋ ਹਮਲਾਵਰ ਸਨ ਉਹ ਪੰਜਾਬ ਦੇ ਹੀ ਰਸਤੇ 'ਚੋਂ ਭਾਰਤ ਵਿੱਚ ਦਾਖਲ ਹੁੰਦੇ ਸਨ। ਇਸ ਲਈ ਪੰਜਾਬ ਦੇ ਲੋਕਾਂ ਨੂੰ ਸਭ ਤੋਂ ਪਹਿਲਾਂ ਇਹਨਾਂ ਹਮਲਾਵਰਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਅਫਕੋਰਸ ਜੇ ਉੱਧਰ ਪਹਿਲਾਂ ਹਮਲਾਵਰ ਆਉਣਗੇ ਤਾਂ ਸਾਹਮਣਾ ਸਭ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨੂੰ ਹੀ ਕਰਨਾ ਪਵੇਗਾ। ਪੰਜਾਬ ਦੇ ਜੰਮੇ ਨੂੰ ਨਿਤ ਮੁਹਿੰਮਾਂ ਅਖਾਣ ਹੀ ਇਹ ਪੁਸ਼ਟੀ ਕਰਦਾ ਹੈ ਕਿ ਲੋਕ ਦਲੇਰੀ ਨਾਲ ਰਣ ਭੂਮੀ ਵਿੱਚ ਜੂਝਦੇ ਹਨ। ਇਹ ਪੰਜਾਬੀਆਂ ਦੇ ਸੁਭਾਅ ਦਾ ਇੱਕ ਪਹਿਲੂ ਹੈ ਜਿਹੜਾ ਲੋਕਾਂ ਨੂੰ ਇਕਜੁੱਟ ਹੋ ਕੇ ਰਹਿਣ ਦੀ ਪ੍ਰੇਰਨਾ ਦਿੰਦਾ ਹੈ। ਮਤਲਬ ਕੀ ਕਹਿੰਦੇ ਹਨ? ਪੰਜਾਬ ਦੇ ਜੰਮੇ ਨੂੰ ਨਿਤ ਮੁਹਿੰਮਾਂ, ਮਤਲਬ ਜੋ ਪੰਜਾਬ ਦਾ ਜੰਮਿਆ ਹੈ ਉਸ ਨੂੰ ਨਿਤ ਹੀ ਨਵੀਆਂ ਤੋਂ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹ ਅਖਾਣ ਇਸੇ ਕਰਕੇ ਹੀ ਬਣਿਆ ਹੈ ਕਿਉਂਕਿ ਜਿਹੜੇ ਹਮਲਾਵਰ ਸਨ ਉਹ ਪੰਜਾਬ ਦੇ ਰਸਤੇ ਤੋਂ ਹੀ ਭਾਰਤ ਦੇ ਵਿੱਚ ਦਾਖਲ ਹੁੰਦੇ ਸਨ ਅਤੇ ਉੱਥੋਂ ਦੇ ਰਹਿਣ ਵਾਲੇ ਲੋਕਾਂ ਨੂੰ ਸਭ ਤੋਂ ਪਹਿਲਾਂ ਉਹਨਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਪੰਜਾਬੀ ਸੱਭਿਆਚਾਰ ਮੁੱਢਲੇ ਰੂਪ ਵਿੱਚ ਖੇਤੀਬਾੜੀ ਆਧਾਰਿਤ ਸੱਭਿਆਚਾਰ ਹੈ। ਕੀਰਤ ਪੱਖੀ ਹੋਣ ਕਰਕੇ ਇਸ ਬਣਤਰ ਵਿੱਚ ਵਿਹਲੜ ਜਾਂ ਨਿਕੰਮੇ ਬੰਦੇ ਲਈ ਕੋਈ ਥਾਂ ਨਹੀਂ ਹੈ। ਇਹ ਤਾਂ ਆਪਾਂ ਸਭ ਹੀ ਜਾਣਦੇ ਹਾਂ ਕਿ ਵਿਹਲਾ ਜੋ ਬੰਦਾ ਹੈ ਉਸ ਦੀ ਇਸ ਸਮਾਜ ਦੇ ਵਿੱਚ ਕੋਈ ਥਾਂ ਨਹੀਂ ਹੈ। ਹਰ ਕਿਸੇ ਇਨਸਾਨ ਨੂੰ ਕੋਈ ਨਾ ਕੋਈ ਕਿਰਤ ਕਰਨੀ ਹੀ ਪੈਂਦੀ ਹੈ। ਖੇਤੀਬਾੜੀ ਆਧਾਰਿਤ ਢਾਂਚੇ ਨੂੰ ਮੁੱਖ ਤੌਰ 'ਤੇ ਦੋ ਸ਼੍ਰੇਣੀਆਂ ਪੈਦਾ ਕੀਤੀਆਂ। ਇੱਕ ਕਾਸ਼ਤਕਾਰ ਸ਼੍ਰੇਣੀ ਜਿਸ ਨੂੰ ਕਿਸਾਨ ਕਹਿੰਦੇ ਹਨ ਅਤੇ ਦੂਜੀ ਕਾਰੀਗਰ ਸ਼੍ਰੇਣੀ ਜੋ ਕਿਸਾਨਾਂ 'ਤੇ ਨਿਰਭਰ ਕਰਦੀ ਹੈ। ਇੱਕ ਤਾਂ ਕਿਸਾਨ, ਦੋ ਸ਼੍ਰੇਣੀਆਂ ਹਨ ਇਹਦੀਆਂ, ਇੱਕ ਤਾਂ ਕਿਸਾਨ ਅਤੇ ਦੂਜੀ ਕਾਰੀਗਰ ਜੋ ਕਿਸਾਨਾਂ 'ਤੇ ਨਿਰਭਰ ਕਰਦੇ ਹਨ, ਉਹਨਾਂ ਦੇ ਨਾਲ ਕੰਮ ਕਰਨ ਵਾਲੇ ਜੋ ਮਜ਼ਦੂਰ ਹੁੰਦੇ ਹਨ। ਇਸ ਤਰ੍ਹਾਂ ਇਹ ਦੋਵੇਂ ਸ਼੍ਰੇਣੀਆਂ ਇੱਕ ਦੂਜੇ ਦੇ ਪੂਰਕ ਵਜੋਂ ਸਥਾਪਿਤ ਹੁੰਦੀਆਂ ਹਨ ਅਤੇ ਇੱਕ ਵਿਲੱਖਣ ਸਾਂਝ ਭਰਪੂਰ ਰਿਸ਼ਤਾ ਪ੍ਰਣਾਲੀ ਨੂੰ ਜਨਮ ਦਿੰਦੀਆਂ ਹਨ। ਪੰਜਾਬੀ ਸਮਾਜ ਦੀ ਪ੍ਰਮੁੱਖ ਇਕਾਈ ਟੱਬਰ ਹੈ। ਵਡੇਰਾ ਮੈਂਬਰ ਇਸ ਟੱਬਰ ਦਾ ਮੁਖੀ ਹੁੰਦਾ ਹੈ ਜਿਸ ਨੂੰ ਲਾਣੇਦਾਰ ਵੀ ਕਹਿੰਦੇ ਹਨ। ਹਰ ਪਰਿਵਾਰਕ ਜ਼ਿੰਮੇਵਾਰੀ ਜਿਵੇਂ ਚੀਜ਼ ਲੈਣੀ ਦੇਣੀ, ਰਿਸ਼ਤੇ ਸੌਦੇ ਤੈਅ ਕਰਨੇ ਆਦਿ ਉਸ ਦੀ ਮਰਜ਼ੀ ਨਾਲ ਹੀ ਸੰਭਵ ਹੁੰਦੇ ਹਨ। ਤੁਸੀਂ ਖੁਦ ਹੀ ਜਾਣਦੇ ਹੋ ਆਪਣੇ ਪੰਜਾਬੀਆਂ ਦੀ ਜੋ ਸਮਾਜਿਕ ਇਕਾਈ ਹੈ ਉਸ ਕੀ ਹੁੰਦੀ ਹੈ? ਟੱਬਰ ਹੁੰਦੀ ਹੈ। ਉਸ ਦਾ ਜੋ ਮੁੱਖ ਮੇਨ ਮੈਂਬਰ ਹੁੰਦਾ ਹੈ ਫੈਮਿਲੀ ਦਾ, ਉਸਨੂੰ ਕੀ ਕਿਹਾ ਜਾਂਦਾ ਹੈ? ਪੰਜਾਬੀ ਦੇ ਵਿੱਚ ਲਾਣੇਦਾਰ ਕਿਹਾ ਜਾਂਦਾ ਹੈ। ਕਈ ਵਾਰ ਇਹੋ ਜਿਹੇ ਛੋਟੇ ਕੁਐਸਚਨ ਆ ਜਾਂਦੇ ਹੈ ਕਿ ਜੋ ਆਪਣੇ ਟੱਬਰ ਦਾ ਜੋ ਮੇਨ ਮੈਂਬਰ ਹੁੰਦਾ ਹੈ ਉਸਨੂੰ ਕੀ ਕਿਹਾ ਜਾਂਦਾ ਹੈ? ਲਾਣੇਦਾਰ ਕਿਹਾ ਜਾਂਦਾ ਹੈ। ਜੋ ਵੀ ਕੰਮ ਹੁੰਦੇ ਆ ਘਰ ਦੇ ਸਾਰੇ ਉਸ ਦੀ ਮਰਜ਼ੀ ਨਾਲ ਹੀ ਤੈਅ ਕੀਤੇ ਜਾਂਦੇ ਹਨ। ਪੰਜਾਬੀ ਸੱਭਿਆਚਾਰ ਵਿੱਚ ਰਿਸ਼ਤਾ ਪ੍ਰਣਾਲੀ ਦੋ ਮੁੱਖ ਆਧਾਰ ਹਨ, ਨਾਨਕੇ ਅਤੇ ਦਾਦਕੇ। ਹਰ ਰਿਸ਼ਤੇ ਦਾ ਮਾਨਸਿਕ, ਆਰਥਿਕ, ਸਮਾਜਿਕ ਜਾਂ ਧਾਰਮਿਕ ਮਹੱਤਵ ਹੁੰਦਾ ਹੈ। ਮਾਂ ਪਿਓ, ਚਾਚਾ ਚਾਚੀ, ਤਾਇਆ ਤਾਈ, ਮਾਮਾ ਮਾਮੀ, ਮਾਸੜ ਮਾਸੀ, ਫੁੱਫੜ ਭੂਆ ਆਦਿ ਵੱਡੇ ਰਿਸ਼ਤੇ ਹਨ ਜਿਹੜੇ ਦਾਦਾ ਦਾਦੀ, ਨਾਨਾ ਨਾਨੀ ਤੋਂ ਮਗਰੋਂ ਮਹੱਤਵਪੂਰਨ ਰੁਤਬਾ ਰੱਖਦੇ ਹਨ। ਭੈਣ ਭਰਾ ਦਾ ਰਿਸ਼ਤਾ ਮਾਨਸਿਕ ਅਤੇ ਸਮਾਜਿਕ ਪੱਖੋਂ ਸ਼ਿਰੋਮਣੀ ਰਿਸ਼ਤਾ ਹੈ। ਜੀਜਾ ਸਾਲੀ, ਦਿਓਰ ਭਰਜਾਈ, ਭਣੋਈਏ ਦੀ ਭੈਣ ਅਤੇ ਸਾਲੇਹਾਰ ਕੁਝ ਰੋਮਾਂਟਿਕ ਰਿਸ਼ਤੇ ਹਨ। ਗੁੰਝਲਦਾਰ ਰਿਸ਼ਤਾ ਪ੍ਰਣਾਲੀ ਇਸ ਸਮਾਜ ਦੀ ਖੂਬੀ ਹੈ। ਪੰਜਾਬੀ ਸੱਭਿਆਚਾਰ ਵਿੱਚ ਔਰਤ ਪ੍ਰਤੀ ਨਜ਼ਰੀਆ ਤਿਰਸਕਾਰ ਵਾਲਾ ਨਹੀਂ ਸਗੋਂ ਸਨਮਾਨ ਅਤੇ ਸਹਿਯੋਗ ਭਰਪੂਰ ਹੈ। ਪੰਜਾਬੀ ਵਿਅਕਤੀ ਦੀ ਅਜਿਹੀ ਮਾਨਸਿਕਤਾ ਨੂੰ ਵਿਕਸਿਤ ਕਰਨ ਵਿੱਚ ਗੁਰੂ ਸਾਹਿਬਾਨ ਨੇ ਵੱਡਾ ਯੋਗਦਾਨ ਪਾਇਆ ਹੈ। ਗੁਰੂ ਨਾਨਕ ਦੇਵ ਜੀ ਨੇ ਫਰਮਾਇਆ ਹੈ, ਸੋ ਕੋ ਮੰਦਾ ਆਖੀਏ ਜਿਤ ਜੰਮੇ ਰਾਜਾਨ। ਜੋ ਆਪਣਾ ਪੰਜਾਬੀ ਸਮਾਜ ਹੈ ਉਸ ਦੇ ਵਿੱਚ ਇਸਤਰੀ ਨੂੰ ਤਿਰਸਕਾਰ ਦੀ ਨਜ਼ਰ ਨਾਲ ਨਹੀਂ ਵੇਖਿਆ ਜਾਂਦਾ ਬਲਕਿ ਸਨਮਾਨ ਅਤੇ ਸਹਿਯੋਗ ਦੀ ਨਜ਼ਰ ਨਾਲ ਵੇਖਿਆ ਜਾਂਦਾ ਹੈ। ਇਸ ਲਈ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਵੀ ਇਸਤਰੀ ਨੂੰ ਬਹੁਤ ਹੀ ਵੱਡਾ ਦਰਜਾ ਦਿੱਤਾ ਹੈ ਕਿ ਜਿਸ ਨੇ ਇਹ ਪੂਰਾ ਜਹਾਨ ਜਾਇਆ ਹੈ, ਜਿਸ ਨੇ ਇਹ ਦੁਨੀਆ ਜਨਮੀ ਹੈ, ਉਸ ਨੂੰ ਅਸੀਂ ਕਦੇ ਵੀ ਮੰਦਾ ਨਹੀਂ ਕਹਿ ਸਕਦੇ। ਸੋ ਕੋ ਮੰਦਾ ਆਖੀਏ ਜਿਤ ਜੰਮੇ ਰਾਜਾਨ। ਵੱਖ-ਵੱਖ ਜਾਤਾਂ ਦਾ ਸੁਜੱਸਮਾ ਹੋਣ ਦੇ ਬਾਵਜੂਦ ਵੀ ਇਹ ਸੱਭਿਆਚਾਰ ਜਾਤ ਪਾਤ ਦੀ ਪੀੜ੍ਹੀ ਪਕੜ ਵਿੱਚ ਨਹੀਂ ਆਉਂਦਾ। ਇੱਥੇ ਜਾਤ ਪਾਤ ਦੀ ਹੋਂਦ ਤਾਂ ਹੈ ਪਰ ਬਹੁਤ ਕਠੋਰ ਨਹੀਂ। ਜਾਤਾਂ ਸੰਬੰਧੀ ਸ਼ਬਦਾਵਲੀ ਤਿਰਸਕਾਰ ਵਾਲੀ ਨਹੀਂ ਸਗੋਂ ਸਤਿਕਾਰਯੋਗ ਹੈ। ਅਨੇਕਤਾ ਹੋਣ ਦੇ ਬਾਵਜੂਦ ਵੀ ਇਸ ਸੱਭਿਆਚਾਰ ਵਿੱਚ ਏਕਤਾ ਹੈ। ਵੱਖ-ਵੱਖ ਜਾਤਾਂ ਹੋਣ ਦੇ ਬਾਵਜੂਦ ਵੀ ਫਿਰਕੂ ਰੰਗਤ ਨਹੀਂ ਹੈ।
ਸਾਡੇ ਭਾਰਤ ਦੇਸ਼ ਵਿੱਚ ਅਨੇਕ ਜਾਤਾਂ ਹੋਣ ਦੇ ਬਾਵਜੂਦ ਵੀ ਇਹਨਾਂ ਲੋਕਾਂ ਵਿੱਚ ਏਕਤਾ ਪਾਈ ਜਾਂਦੀ ਹੈ। ਮਤਲਬ ਇਹ ਹਮੇਸ਼ਾ ਆਪਣੇ ਆਪ ਨੂੰ ਇੱਕ ਜਾਤ ਦੀ ਪੱਖੋਂ ਮਗਰੋਂ ਪਰ ਇੱਕ ਭਾਰਤੀ ਹੋਣ ਦੇ ਨਾਤੇ ਪਹਿਲਾਂ ਦੇਖਦੇ ਹਨ। ਇਸੇ ਲਈ ਇਸ ਦੇਸ਼ ਨੂੰ ਅਨੇਕਤਾ ਵਿੱਚ ਏਕਤਾ ਵੀ ਕਿਹਾ ਜਾਂਦਾ ਹੈ। ਇੱਕ ਦੂਜੇ ਦੇ ਧਰਮਾਂ ਜਾਂ ਧਾਰਮਿਕ ਰਹੂ ਰੀਤਾਂ ਦਾ ਮਜ਼ਾਕ ਉਡਾਉਣ ਦੀ ਥਾਂ ਪੰਜਾਬੀ ਲੋਕ ਇਹਨਾਂ ਦਾ ਸਤਿਕਾਰ ਕਰਦੇ ਹੋਏ ਆਪਣੇ ਆਪ ਨੂੰ ਉਹਨਾਂ ਵਿੱਚ ਸ਼ਾਮਿਲ ਕਰਦੇ ਹਨ। ਇੱਕ ਦੂਜੇ ਦਾ ਕਦੇ ਵੀ ਮਜ਼ਾਕ ਨਹੀਂ ਉਡਾਉਂਦੇ, ਆਪਦੇ ਧਰਮ ਦਾ ਜਾਂ ਕੋਈ ਵੀ। ਸਮੁੱਚੇ ਰੂਪ ਵਿੱਚ ਸੱਭਿਆਚਾਰ ਕਿਸੇ ਕੌਮ ਜਾਂ ਜਨ ਸਮੂਹ ਦਾ ਜੀਵਨ ਢੰਗ ਹੁੰਦਾ ਹੈ। ਸੱਭਿਆਚਾਰ ਮਨੁੱਖੀ ਜੀਵਨ ਦੇ ਵਿਕਾਸ ਦੀ ਇੱਕ ਅਜਿਹੀ ਨਿਰੰਤਰ ਗਤੀਸ਼ੀਲ ਪ੍ਰਕਿਰਿਆ ਹੈ ਜਿਸ ਦੇ ਵਿਭਿੰਨ ਅੰਸ਼ ਹਰ ਪੀੜ੍ਹੀ ਚਿੰਨ੍ਹਾਂ ਪ੍ਰਤੀਕਾਂ ਰਾਹੀਂ ਗ੍ਰਹਿਣ ਕਰਦੀ ਅਤੇ ਦੂਜੀ ਪੀੜ੍ਹੀ ਤੱਕ ਪਹੁੰਚਾਉਂਦੀ ਹੈ। ਸਮਾਜਿਕ ਆਦਾਨ ਪ੍ਰਦਾਨ ਦਾ ਇਹ ਸਿਲਸਿਲਾ ਇਤਿਹਾਸਿਕ ਸਮਿਆਂ ਦੌਰਾਨ ਅਨੇਕ ਤਰ੍ਹਾਂ ਦੀਆਂ ਤਬਦੀਲੀਆਂ ਵਿੱਚੋਂ ਲੰਘਦਾ ਰਹਿੰਦਾ ਹੈ। ਹਰ ਪੀੜ੍ਹੀ ਆਪਣੇ ਵਿਰਸੇ ਦਾ ਪੁਨਰ ਮੁਲਾਂਕਣ ਕਰਕੇ ਆਪਣੀ ਲੋੜ ਅਨੁਸਾਰ ਇਸ ਦੇ ਬਹੁਤ ਸਾਰੇ ਅੰਸ਼ਾਂ ਨੂੰ ਅਪਣਾ ਲੈਂਦੀ ਹੈ। ਮਤਲਬ ਹਰ ਪੀੜ੍ਹੀ ਕੀ ਕਰਦੀ ਹੈ, ਆਪਣੇ ਜੋ ਰੀਤ ਰਿਵਾਜ ਹੁੰਦੀ ਹੈ ਉਸ ਦੇ ਅਕੋਰਡਿੰਗ ਸਾਰੇ ਕਾਰਜ ਕਰਦੀ ਹੈ, ਜਾਂ ਫਿਰ ਸਮਾਂ ਵਿਹਾ ਚੁੱਕੇ ਸੱਭਿਆਚਾਰਕ ਮੁੱਲਾਂ ਦਾ ਤਿਆਗ ਵੀ ਕਰ ਲੈਂਦੀ ਹੈ। ਮਤਲਬ ਕਈ ਜੋ ਕੁਰੀਤੀਆਂ ਹਨ ਉਹਨਾਂ ਦਾ ਤਿਆਗ ਵੀ ਕਰਦੇ ਹਨ, ਜਿਵੇਂ ਪਰਦਾ ਪ੍ਰਥਾ ਅਤੇ ਹੁੰਦਾ ਨਾ ਕਈ ਇਹਨਾਂ ਰੀਤੀਆਂ ਦਾ ਮਤਲਬ ਤਿਆਗ ਵੀ ਕਰਦੇ ਹਨ ਜੋ ਕਿ ਅੱਜ ਦੇ ਟਾਈਮ 'ਤੇ ਸਹੀ ਨਹੀਂ ਹਨ। ਦਹੇਜ ਪ੍ਰਥਾ, ਇਸ ਦਾ ਕਿੰਨਾ ਜ਼ਿਆਦਾ ਮਤਲਬ ਬੇਸ਼ੱਕ ਕਿ ਹਜੇ ਵੀ ਇਹ ਪੂਰੀ ਤਰ੍ਹਾਂ ਖਤਮ ਨਹੀਂ ਹੋਇਆ, ਲੇਕਿਨ ਜ਼ਿਆਦਾਤਰ ਲੋਕ ਇਸ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਹਟਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਅਪਣਾਉਣ ਅਤੇ ਤਜਣ ਦੇ ਇਸ ਅਮਲ ਸਦਕਾ ਹੀ ਸੱਜਰਾਪਨ ਅਤੇ ਮੌਲਿਕਤਾ ਵਰਗੇ ਗੁਣ ਲੱਛਣ ਵੀ ਬਣੇ ਰਹਿੰਦੇ ਹਨ ਅਤੇ ਨਾਲੋਂ ਨਾਲ ਪਰੰਪਰਾ ਅਤੇ ਆਧੁਨਿਕਤਾ ਵਿੱਚ ਨਿਰੰਤਰਤਾ ਵੀ ਬਣੀ ਰਹਿੰਦੀ ਹੈ। ਕੋਈ ਵੀ ਸੱਭਿਆਚਾਰ ਨਾ ਤਾਂ ਉੱਕਾ ਹੀ ਪ੍ਰਾਚੀਨ ਹੁੰਦਾ ਹੈ ਅਤੇ ਨਾ ਹੀ ਨਿਰੋਲ ਨਵੀਨ ਗੁਣ ਲੱਛਣਾਂ ਵਾਲਾ ਹੁੰਦਾ ਹੈ। ਇਹ ਸਾਰਾ ਕੁਝ ਕਿਸੇ ਸਮਾਜਿਕ ਵਾਤਾਵਰਣ ਵਿੱਚ ਹੀ ਸੰਭਵ ਹੁੰਦਾ ਹੈ। ਇਹ ਸਾਰਾ ਕੁਝ ਕਿਸੇ ਸਮਾਜਿਕ ਵਾਤਾਵਰਣ ਵਿੱਚ ਹੀ ਸੰਭਵ ਹੁੰਦਾ ਹੈ ਕਿਉਂਕਿ ਸੱਭਿਆਚਾਰ ਜੀਵ ਵਿਗਿਆਨਕ ਵਿਰਸਾ ਨਹੀਂ ਸਗੋਂ ਸਮਾਜਿਕ ਵਿਰਸਾ ਹੁੰਦਾ ਹੈ। ਇਹ ਸੀ ਤੁਹਾਡਾ ਲੈਸਨ ਸਮਾਜਿਕ ਪੰਜਾਬੀਅਤ ਪਰਿਪੇਖ। ਸੋ ਇਸ ਦੇ ਕੁਐਸਚਨ ਹਨ। ਫਸਟ ਕੁਐਸਚਨ, ਪੰਜਾਬ ਸ਼ਬਦ ਤੋਂ ਕੀ ਭਾਵ ਹੈ? ਆਪਾਂ ਪੜ੍ਹ ਚੁੱਕੇ ਹਾਂ। ਤੁਸੀਂ ਲੈਸਨ ਦੇ ਅਕੋਰਡਿੰਗ ਇਹਨਾਂ ਕੁਐਸਚਨਾਂ ਦੇ ਆਨਸਰ ਰਾਈਟ ਕਰੋਗੇ ਆਪਣੀ ਫੇਅਰ ਨੋਟਬੁੱਕ 'ਤੇ। ਸੈਕਿੰਡ ਕੁਐਸਚਨ, ਪੰਜਾਬੀ ਸੱਭਿਆਚਾਰ ਦੀਆਂ ਵਿਸ਼ੇਸ਼ਤਾਵਾਂ ਦੱਸੋ। ਬਹੁਤ ਹੀ ਈਜ਼ੀ ਕੁਐਸਚਨ ਆ ਔਰ ਬਹੁਤ ਹੀ ਵਧੀਆ ਕੁਐਸਚਨ ਹੈ। ਇਹ ਲੈਸਨ ਬਹੁਤ ਹੀ ਇੰਪੋਰਟੈਂਟ ਹੈ ਆਪਣੇ ਲਈ, ਕਿਉਂਕਿ ਆਪਾਂ ਨੂੰ ਇਸ ਦੇ ਜ਼ਰੀਏ ਆਪਣੇ ਪੰਜਾਬੀ ਜੋ ਕਲਚਰ ਦੇ ਬਾਰੇ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ, ਬਹੁਤ ਕੁਝ ਪਤਾ ਚੱਲਦਾ ਹੈ ਪੰਜਾਬੀ ਬੋਲੀ ਦੇ ਬਾਰੇ, ਪੰਜਾਬੀ ਲੋਕਾਂ ਦੇ ਬਾਰੇ। ਸੋ ਨੈਕਸਟ ਕੁਐਸਚਨ, ਪੰਜਾਬੀ ਰਿਸ਼ਤਾ ਪ੍ਰਣਾਲੀ ਬਾਰੇ ਜਾਣਕਾਰੀ ਦਿਓ। ਇਹ ਵੀ ਆਪਾਂ ਹੁਣ ਪੜ੍ਹ ਚੁੱਕੇ ਹਾਂ। ਪੰਜਾਬੀ ਭਾਸ਼ਾ ਦਾ ਨਿਕਾਸ ਅਤੇ ਵਿਕਾਸ ਬਿਆਨ ਕਰੋ। ਇਹ ਵੀ ਆਪਾਂ ਬਹੁਤ ਚੰਗੀ ਤਰ੍ਹਾਂ ਪੜ੍ਹ ਚੁੱਕੇ ਹਾਂ। ਇਸ ਦੇ ਡਾਇਗਰਾਮ ਵਗੈਰਾ ਬਣਾ ਕੇ ਆਪਣਾ ਵਰਕ ਕੰਪਲੀਟ ਕਰਕੇ ਸਬਮਿਟ ਕਰਵਾਓ। ਓਕੇ, ਥੈਂਕ ਯੂ, ਹੈਵ ਏ ਨਾਈਸ ਡੇ।